ਸੁਨ ਸਿੱਖ ਸੁਤ ਸਤਿਗੁਰ ਕਹਿ ਤੈਸੇ, ਗ੍ਰਸਤੀ ਹੋਨ ਤਾ ਹੋਈਐ ਐਸੇ। ਸੁਨ ਸਿੱਖ ਸੁਤ ਸਤਿਗੁਰ ਕਹਿ ਤੈਸੇ, ਗ੍ਰਸਤੀ ਹੋਨ ਤਾ ਹੋਈਐ ਐਸੇ। ਸਤਨਾਮ ਸ੍ਰੀ ਵਾਹਿਗੁਰੂ ਜੀ। ਭੂਲ ਜੋ ਚੂਕ ਪਈ ਹਮ ਤੇ, ਗੁਰ ਕਿੰਕਰ ਸੋ ਤੁਮ ਤੇ ਬਖਸ਼ਾਵਤ। ਲਾਜ ਰਖੋ ਨਿਜ ਨਾਮੈ ਕੀ, ਸਿੱਖ ਮੈਂ ਤੁਮਰੋ ਜਗ ਮਾਹਿ ਕਹਾਵਤ। ਤੂੰ ਬਖਸ਼ੰਦ ਸਦਾ ਸੁਖਦਾਇਕ, ਮੋਹ ਮਨ ਨਾਹਿ ਬਿਖੈ ਛੁਟਕਾਵਤ। ਲੋਹ ਤੇ ਹੇਮ ਅਰੰਡ ਤੇ ਚੰਦਨ, ਮਾਨੁਖ ਤੇ ਸੁਰ ਤੋਈ ਬਨਾਵਤ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜੇ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ, ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਬਿਰਤੀਆਂ ਬਾਹਰੋਂ ਕਾਗਰ ਕਰਨ ਦੀ ਖੇਚਲ ਕਰੋ। ਭਗਤ ਵਸ਼ਲ ਪਤਤ ਪਾਵਨ ਦੀਨਾ ਬੰਧੂ ਤਿੰਨੇ ਲੋਕਾਂ ਦੇ ਮਾਲਕ ਸਾਂਝੇ ਰਹਿਬਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ। ਭਾਈ ਆਨੰਦ ਸਿੰਘ ਜੀ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਦੁਨੀਆ ਦੀ ਹਾਲਤ ਨੂੰ ਦੇਖਦਿਆਂ ਹੋਇਆਂ ਬੜਾ ਬੈਰਾਗ, ਬੜੀ ਉਦਾਸੀ ਪੈਦਾ ਹੋ ਗਈ। ਆਪਣੇ ਪਰਿਵਾਰ ਦੇ ਨਾਲ ਇਹਨੇ ਬੋਲਣਾ ਚੱਲਣਾ ਬਿਲਕੁਲ ਹੀ ਬੰਦ ਕਰ ਦਿੱਤਾ ਸੀ। ਇਸ ਦੀ ਉਦਾਸੀ ਵਾਲੀ ਹਾਲਤ ਦੇਖਦਿਆਂ ਹੋਇਆਂ ਮਾਤਾ ਪਿਤਾ ਦੇ ਮਨ ਦੇ ਵਿੱਚ ਬੜੀ ਚਿੰਤਾ, ਬੜਾ ਫਿਕਰ ਖੜਾ ਹੋ ਗਿਆ ਵੀ ਹੁਣ ਕੀ ਕੀਤਾ ਜਾਏ। ਪਿਤਾ ਹਰ ਵਕਤ ਘਰ ਦੇ ਵਿੱਚ ਚੁੱਪਚਾਪ ਹੀ ਬੈਠਾ ਰਹਿੰਦਾ ਹੈ। ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਦੰਪਤੀ ਜਦੋਂ ਹਾਜ਼ਰ ਹੋਏ, ਦੋਵੇਂ ਹੱਥ ਜੋੜ ਕਰਕੇ ਇਹਨਾਂ ਨੇ ਵੀ ਮਹਾਰਾਜ ਦੇ ਅੱਗੇ ਬੇਨਤੀ ਕਰ ਦਿੱਤੀ। ਸੱਚੇ ਪਾਤਸ਼ਾਹ, ਇੱਕੋ ਇੱਕ ਪਰਮਾਤਮਾ ਨੇ ਸਾਨੂੰ ਲੜਕਾ ਬਖਸ਼ਿਆ ਸੀ, ਪਰ ਉਹ ਤਾਂ ਬੜਾ ਉਪਰਾਮ ਹੋ ਚੁੱਕਿਆ ਹੈ। ਸੁਣ ਕਰਕੇ ਦਸ਼ਮੇਸ਼ ਪਿਤਾ ਕਹਿਣ ਲੱਗੇ, ਭਾਈ ਉਹਨੂੰ ਤੁਸੀਂ ਸਾਡੇ ਪਾਸ ਲੈ ਕਰ ਆਏ ਹੋ, ਅਸੀਂ ਆਪਣੇ ਆਪ ਹੀ ਸਮਝਾ ਦਿਆਂਗੇ। ਮਹਾਰਾਜ ਨੇ ਇਹੋ ਜਿਹੇ ਪ੍ਰਮਾਣ, ਇਹੋ ਜਿਹੀਆਂ ਉਦਾਹਰਣਾਂ ਜਦੋਂ ਭਾਈ ਆਨੰਦ ਸਿੰਘ ਜੀ ਦੇ ਸਾਹਮਣੇ ਰੱਖੀਆਂ ਵੀ ਦੇਖ ਲੈ, ਤੇਰੀ ਮਰਜ਼ੀ ਹੈ, ਸਾਧੂ ਬਣਨਾ ਜੇ ਤੇਰੇ ਮਨ ਦੇ ਅੰਦਰ ਬਰਕਤਪਣਾ ਪੈਦਾ ਹੋ ਗਿਆ, ਫਿਰ ਤੈਨੂੰ ਉਹੋ ਜਿਹੀ ਬਿਰਤੀ ਧਾਰਨ ਕਰਨੀ ਪਏਗੀ। ਮਹਾਤਮਾ ਦਾ ਦ੍ਰਿਸ਼ਟਾਂਤ ਮਹਾਰਾਜ ਨੇ ਨੂੰ ਸੁਣਾਇਆ ਵੀ ਕਿਹੋ ਜਿਹੇ ਸਾਧੂ ਫਕੀਰ ਬਾਹਰ ਕੁਟੀਆ ਦੇ ਵਿੱਚ ਰਿਹਾ ਕਰਦੇ ਸਨ।
7 ਦਿਨ ਹੋ ਗਏ ਨਗਰ ਦੇ ਵਿੱਚੋਂ ਕੋਈ ਵੀ ਭੋਜਨ ਪਾਣੀ ਲੈ ਕਰਕੇ ਨਹੀਂ ਆਇਆ ਸੀ। ਫਿਰ ਸੋਚਿਆ ਵੀ ਪਰਮਾਤਮਾ ਨੇ ਹੱਥ ਪੈਰ ਕਾਹਦੇ ਵਾਸਤੇ ਬਖਸ਼ੇ ਹਨ। ਆਪਾਂ ਨਗਰ ਦੇ ਵਿੱਚੋਂ ਜਾ ਕਰਕੇ ਭਿੱਖਿਆ ਮੰਗ ਲੈਨੇ ਆ ਪੇਟ ਦੀ ਜਿਹੜੀ ਅਗਨ ਇਹ ਤਾਂ ਬੁਝਾਉਣੀ ਹੀ ਪਏਗੀ। ਇਹ ਮਹਾਤਮਾ ਸਾਧੂ ਜਦੋਂ ਨਗਰ ਦੇ ਵਿੱਚ ਪਹੁੰਚੇ, ਉੱਥੇ ਕਿਸੇ ਸ਼ਾਹੂਕਾਰ ਦੇ ਘਰ ਦੇ ਵਿੱਚ ਬਹੁਤ ਵੱਡਾ ਭੰਡਾਰਾ ਚੱਲ ਰਿਹਾ ਸੀ। ਤੇ ਜਿਹੜੇ ਨੇ ਆਮ ਲੋਕ, ਉਹਨਾਂ ਨੂੰ ਸ਼ਾਹੂਕਾਰ ਦੇ ਨੌਕਰ ਬਾਹਾਂ ਤੋਂ ਪਕੜ ਕਰਕੇ ਨਾਨਾ ਪ੍ਰਕਾਰ ਦੇ ਭੋਜਨ ਛਕਾਰੇ ਨੇ। ਇਸ ਵਿਚਾਰੇ ਦੀ ਕਿਸੇ ਨੇ ਬਾਤ ਹੀ ਨਹੀਂ ਪੁੱਛੀ। ਉਸੇ ਤਰ੍ਹਾਂ ਜਦੋਂ ਭੁੱਖੇ ਦਾ ਭੁੱਖਾ ਆਪਣੀ ਕੁਟੀਆ ਦੇ ਵਿੱਚ ਵਾਪਸ ਮੁੜਿਆ, ਉਸ ਸਮੇਂ ਜਿਹੜੇ ਸੀ ਦੇਵਤਿਆਂ ਦੇ ਦੂਤ ਉਹ ਵੱਡੀਆਂ ਵੱਡੀਆਂ ਮਸਾਲਾ ਲੈ ਕਰਕੇ ਇਹਦੇ ਪਾਸ ਪਹੁੰਚੇ। ਵੀ ਦੇਖ ਕਿਹੋ ਜੀ ਬੁਰੀ ਗੱਲ ਸ਼ਾਹੂਕਾਰ ਨੇ ਤੇਰੇ ਨਾਲ ਕੀਤੀ ਹੈ। ਹੋਰਾਂ ਨੂੰ ਪਕੜ ਕਰਕੇ ਛਕਾਉਂਦੇ ਸਨ, ਤੂੰ ਉੱਥੇ ਉਹਨਾਂ ਦੇ ਦਰਵਾਜ਼ੇ ਅੱਗੇ ਖੜਿਆ ਹੋ ਕਰਕੇ ਸਾਰਾ ਦਿਨ ਹੀ ਲੰਘਾ ਦਿੱਤਾ। ਕਿਸੇ ਨੇ ਕੋਈ ਭੋਜਨ ਪਾਣੀ ਨਹੀਂ ਛਕਾਇਆ। ਆਪਾਂ ਇਉਂ ਕਰਦੇ ਹਾਂ ਵੀ ਚੱਲ ਸਾਨੂੰ ਇੱਕ ਵਾਰੀ ਉਸ ਸ਼ਾਹੂਕਾਰ ਦਾ ਜ਼ਰਾ ਕਰ ਦਿਖਾ ਦੇ। ਉਹਨੂੰ ਮਸਾਲਾ ਦੇ ਨਾਲ ਆਪਾਂ ਨੇ ਸਾੜ ਦੇਣਾ। ਜਿਹਨੇ ਰੱਬ ਦੇ ਪਿਆਰੇ ਫਕੀਰ ਦੀ ਕੋਈ ਕਦਰ ਹੀ ਨਹੀਂ ਕੀਤੀ, ਸੁਣ ਕਰਕੇ ਕਹਿਣ ਲੱਗਿਆ ਚੰਗਾ। ਰਸਤੇ ਦੇ ਵਿੱਚ ਜਾਂਦੇ ਕਹਿਣ ਲੱਗਿਆ ਵੀ ਇੱਕ ਮਿਸਾਲ ਤੁਸੀਂ ਮੈਨੂੰ ਫੜਾ ਦਿਓ, ਮੈਂ ਵੀ ਜਾ ਕਰਕੇ ਅੱਗੇ ਲਗਾਉਣੀ ਹੈ। ਜਦੋਂ ਫੜੀ ਮਿਸਾਲ ਦੇਵਤਿਆਂ ਦੇ ਦੂਤਾਂ ਨੂੰ ਹੀ ਸਾੜਨ ਲੱਗ ਪਿਆ। ਉਸ ਸਮੇਂ ਹੈਰਾਨ ਹੋ ਗਏ ਵੀ ਅਸੀਂ ਤਾਂ ਤੇਰੀ ਸਹਾਇਤਾ ਮਦਦ ਕਰਨ ਵਾਸਤੇ ਆਏ ਸੀ ਤੇ ਤੂੰ ਉਲਟਾ ਸਾਡੇ ਵੱਲ ਹੀ ਆ ਬਲਦੀ ਹੋਈ ਮਿਸਾਲ ਲੈ ਕਰਕੇ ਪੈ ਗਏ ਐ। ਇਹ ਫਕੀਰ ਕਹਿਣ ਲੱਗਿਆ ਵੀ ਅਗਰ ਪਰਮਾਤਮਾ ਉਸ ਸ਼ਾਹੂਕਾਰ ਨੂੰ ਇਹੋ ਜਿਹੀ ਸ੍ਰੇਸ਼ਟ ਮਤ ਬਖਸ਼ ਦਿੰਦਾ, ਮੈਂ ਕਾਹਨੂੰ ਉਹਦੇ ਦੁਆਰੇ ਤੋਂ ਭੁੱਖਾ ਮੁੜਨਾ ਸੀ, ਜਿਹੜਾ ਸਾਰਿਆਂ ਦਾ ਪ੍ਰੇਰਕ ਹੈ ਕਿ ਰੋਜ਼ੀ ਦੇਂਦਾ ਚਾਰੇ ਖਾਣੀਆਂ ਦੇ ਵਿੱਚ ਰੋਜ਼ੀ ਪਹੁੰਚਾਉਣ ਵਾਲਾ ਵੀ ਖੁਦ ਪਰਮਾਤਮਾ ਹੀ ਹੈ। ਪਾਖਣ ਕੀਟ ਗੁਪਤ ਹੋਏ ਰਹਿਤਾ, ਤਾਜੋ ਮਾਰਗ ਨਾਹੀ ਕਹਿ ਧੰਨਾ, ਪੂਰਨ ਤਾਹੂ ਕੋ ਮਤਰੇ ਜੀ ਡਰਾਹੀ। ਸੁਣ ਕਰਕੇ ਬੜੇ ਹੈਰਾਨ ਹੋ ਗਏ ਜਿਹੜੇ ਦੇਵਤਿਆਂ ਦੇ ਦੂਤ। ਇਹੋ ਜਿਹੀਆਂ ਬਹੁਤ ਸਾਰੀਆਂ ਜਿਹੜੀਆਂ ਮਿਸਾਲਾਂ ਦੇ ਕਰਕੇ ਸਤਿਗੁਰੂ ਜੀ ਨੇ ਪਾਈ ਉਹ ਆਨੰਦ ਸਿੰਘ ਨੂੰ ਸਮਝਾਉਣਾ ਸ਼ੁਰੂ ਕੀਤਾ ਹੋਇਆ। ਇਤਿਹਾਦਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚਾਰਨ ਕਰਦੇ ਨੇ। ਆਪਣੇ ਮਨਾਂ ਨੂੰ ਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਵਾਹਿਗੁਰੂ ਜੀ। ਸੁਨ ਸਿੱਖ ਸੁਤ ਸਤਿਗੁਰ ਕਹਿ ਤੈਸੇ। ਉਸ ਸਮੇਂ ਦਸ਼ਮੇਸ਼ ਪਿਤਾ ਇਸ ਗੁਰ ਸਿੱਖ ਦੇ ਲੜਕੇ ਨੂੰ ਆਪਣੇ ਵੱਲੋਂ ਸਮਝਾਉਣ ਲੱਗੇ ਹਨ। ਗ੍ਰਸਤੀ ਹੋਣ ਤਾਂ ਹੋਈਐ ਐਸੇ। ਵੀ ਅਗਰ ਤੈਂ ਗ੍ਰਸਤ ਮਾਰਗ ਆ ਦੁਨੀਆ ਦੇ ਵਿੱਚ ਧਾਰਨ ਕਰਨਾ ਹੈ, ਸਗਨ ਛਾਉ ਤਰ ਬਨ ਮੈਂ ਆ। ਮਹਾਰਾਜ ਨੇ ਅੱਗੇ ਇੱਕ ਬਹੁਤ ਸੋਹਣੀ ਹੋਰ ਮਿਸਾਲ
ਇਹਨੂੰ ਸਮਝਾਉਣ ਦੇ ਲਈ ਦੱਸਣੀ ਕੀਤੀ ਹੈ ਵੀ ਜੋ ਜਿਹੜੇ ਜਾਨਵਰ ਕਿਸੇ ਦਰਖਤ ਦੇ ਉੱਪਰ ਆਪਣਾ ਆਲਣਾ ਬਣਾ ਕਰਕੇ ਰਿਹਾ ਕਰਦੇ ਸਨ। ਰਹਿਤ ਕਪੋਦ ਕਪੋਤੀ ਤਾਹਾ। ਇੱਕ ਕਬੂਤਰ ਅਤੇ ਦੂਸਰੀ ਹੈ ਕਬੂਤਰੀ। ਇਹਨਾਂ ਨੇ ਕਿਸੇ ਉੱਚੇ ਬਿਰਛ ਦੇ ਉੱਪਰ ਆਪਣਾ ਜਿਵੇਂ ਜਾਨਵਰ ਜਿਹੜੇ ਤਿਣਕੇ ਇਕੱਠੇ ਕਰ ਕਰਕੇ ਆਪਣੇ ਆਲਣੇ ਪਾ ਲੈਂਦੇ ਹਨ। ਪਰੰਦੇ ਨਾ ਗਿਰਾ ਜ਼ਰ ਦਰਖਤ ਆਸ ਕਰ। ਪੰਛੀਆਂ ਨੇ ਬਹੁਤ ਵੱਡੇ ਵੱਡੇ ਆਲਣੇ ਆਮ ਤੌਰ 'ਤੇ ਹੀ ਜਿਵੇਂ ਦਰਖਤਾਂ ਦੇ ਉੱਪਰ ਪਾਏ ਹੋਏ ਹੁੰਦੇ ਹਨ। ਬਦ ਨਿੰਡੀਏ ਉਦ ਬਸੇ ਸੁਖਾਰੇ। ਇਹ ਦੋਵੇਂ ਹੀ ਆਪਣੇ ਬੱਚਿਆਂ ਦੀ ਨਾ ਪਾਲਣਾ ਕਰਦਿਆਂ ਹੋਇਆਂ ਬੜੇ ਸੁਖੈਨ ਢੰਗ ਦੇ ਨਾਲ ਬਸ ਰਹੇ ਸਨ। ਬੱਚੇ ਬੱਚੀ ਜਣ ਕਰ ਪਿਰਤ ਪਾਰੇ। ਜਾਨਵਰ ਸਵੇਰੇ ਉਡਾਰੀ ਮਾਰਦੇ ਨੇ ਆਪਣੇ ਆਲਣਿਆਂ 'ਚੋਂ, ਸ਼ਾਮ ਨੂੰ ਚੋਗਾ ਚੋ ਕਰਕੇ ਆਪਣੇ ਬੱਸਿਆਂ ਦੇ ਪਾਸ ਪਹੁੰਚ ਜਾਂਦੇ ਹਨ। ਬਰਖਤ ਚਰੀ ਲਗੀ ਇੱਕ ਬਾਰੀ। ਇੱਕ ਦਫਾ ਕਈ ਦਿਨ ਜਦੋਂ ਲਗਾਤਾਰ ਬਾਰਿਸ਼ ਪੈਣ ਲੱਗ ਪਈ ਸੀ, ਆਇਓ ਬਦਕ ਲਿਏ ਕਰ ਜਾਰੀ। ਅਚਾਨਕ ਹੀ ਇੱਕ ਸ਼ਿਕਾਰੀ ਲੈ ਕਰਕੇ ਆਪਣਾ ਜਾਲ ਇਸ ਜੰਗਲ ਦੇ ਵਿੱਚ ਪਹੁੰਚ ਗਿਆ ਸੀ। ਬੈਂਗ ਨਾ ਹਤਿਓ ਨੇ ਕਿਤ ਪਾਇਓ। ਬੀਆਵਾਨਾ ਰੋਈਆਂ 'ਚ ਘੁੰਮਦਾ ਰਿਹਾ, ਪਰ ਕੋਈ ਵੀ ਜਿਹੜਾ ਜਾਨਵਰ ਇਹਦੀ ਜਾਲੀ ਦੇ ਵਿੱਚ ਨਹੀਂ ਫਸਿਆ ਹੈ। ਪਰਮਤ ਪਰਮਤ ਛੂਛਾ ਤੇ ਆਇਓ। ਇਸੇ ਤਰ੍ਹਾਂ ਖਾਲੀ ਰੋਈਆਂ ਬੀਆਵਾਨਾ ਦੇ ਵਿੱਚ ਘੁੰਮਦੇ ਆ ਉਸ ਦਰਖਤ ਦੇ ਥੱਲੇ ਪਹੁੰਚ ਗਿਆ ਹੈ, ਕੰਪਤ ਸੀਤ ਲਗੇ ਜਲਬਾਊ। ਜਿੱਥੇ ਹੁਣ ਲਗਾਤਾਰ ਚੜੀ ਲੱਗੀ ਹੋਈ ਸੀ। ਠੰਡੀ ਠੰਡੀ ਹਵਾ ਲੱਗਣ ਦੇ ਕਾਰਨ ਇਹ ਤਾਂ ਬੜਾ ਕਾਂਬਾ ਚੜ੍ਹ ਚੁੱਕਿਆ ਹੈ। ਤਿਸ ਤਰ ਤਰੇ ਰਹਿਓ ਠਹਿਰਾਓ। ਇਹਨੇ ਸੋਚਿਆ ਵੀ ਚਲੋ ਮੀਂਹ ਤੋਂ ਥੋੜਾ ਬਹੁਤਾ ਬਚਾਅ ਹੋ ਜਾਊ। ਇਸ ਦਰਖਤ ਦੇ ਥੱਲੇ ਬੈਠ ਕਰਕੇ ਆਪਣੀ ਰਾਤ ਕੱਟ ਲੈਣੀ ਹੈ। ਰਾਤ ਪਈ ਪਰ ਭੁੱਲਿਓ ਰਾਹੂ। ਜਦੋਂ ਥੋੜਾ ਜਿਹਾ ਹੋ ਗਿਆ ਅੰਧੇਰਾ, ਇਹ ਤਾਂ ਹੁਣ ਰੋਈਆਂ ਬੀਆਵਾਨਾਂ ਦੇ ਵਿੱਚ ਆਪਣਾ ਰਸਤਾ ਹੀ ਭੁੱਲ ਗਿਆ ਸੀ। ਛੋਦਤ ਉਦਾ ਤਰਾਸ ਮਨ ਮਾਹੂ। ਹੁਣ ਸ਼ਿਕਾਰੀ ਦੇ ਮਨ ਦੇ ਵਿੱਚ ਬੜਾ ਡਰ ਪੈ ਵੀ ਪੈਦਾ ਹੋ ਚੁੱਕਿਆ ਹੈ। ਠਰਿਓ ਸੁਨ ਹੋਏ ਬੈਠਿਓ ਮੌਨ। ਜਿਵੇਂ ਜਿਵੇਂ ਠੰਡੀ ਹਵਾ ਲੱਗੀ, ਇਹਦੇ ਤਾਂ ਹੱਥ ਵੀ ਪੈਰ ਵੀ ਥਰ ਥਰ ਕੰਬਣ ਲੱਗ ਪਏ ਹਨ। ਬੋਲਣਾ ਨਿਕਸ ਬਿਲੋਕਿਓ ਤੋਨ। ਇਤਨੀ ਸਰਦੀ ਚੜੀ ਸ਼ਿਕਾਰੀ ਦੇ ਸਰੀਰ ਨੂੰ ਵੀ ਹੁਣ ਜਵਾਨ ਤੋਂ ਵੀ ਇਹਨੂੰ ਬੋਲਣਾ ਬੜਾ ਔਖਾ ਹੋ ਗਿਆ ਸੀ। ਹੁਤੋ ਕੁਟੰਬੀ ਕਹੇ ਕਪੋਤ। ਹੁਣ ਜਿਹੜੇ ਕਬੂਤਰ ਤੇ ਕਬੂਤਰੀ ਇਹ ਦਰਖਤ ਦੇ ਉੱਪਰ ਬੜੇ ਲੰਮੇ ਸਮੇਂ ਤੋਂ ਰਹਿੰਦੇ ਸਨ। ਸੁਨੋ ਕਪੂਤੀ ਇਸ ਦੁਖ ਹੋਤ। ਉਸ ਸਮੇਂ ਕਬੂਤਰ ਇਸ ਦੀ ਦੁਖਦਾਈ ਹਾਲਤ ਦੇ ਕਰਕੇ ਕਬੂਤਰੀ ਨੂੰ ਆਪਣੇ ਵੱਲੋਂ ਕਹਿਣ ਲੱਗਿਆ ਸੀ, ਖਗ ਗ੍ਰਸਤੀ ਹਮਰੇ ਅਰਤੰਗੀ। ਐ ਅਰਧੰਗੀ, ਆਪਾਂ ਇੱਕ ਜਾਨਵਰਾਂ ਦੇ ਰੂਪ ਦੇ ਵਿੱਚ ਆ ਜਿਹੜਾ ਗ੍ਰਸਤ ਧਰਮ ਧਾਰਨ ਕੀਤਾ ਹੋਇਆ ਹੈ। ਆਇਓ ਅਭਿਆਗਤ ਨਰ ਅੰਗੀ। ਆ ਜਿਹੜਾ ਇੱਕ ਸ਼ਿਕਾਰੀ ਦੇ ਰੂਪ ਦੇ ਵਿੱਚ ਅਥਿਤੀ ਬਣ ਕਰਕੇ ਆਪਣੇ ਆ ਦਰਖਤ ਦੇ ਥੱਲੇ ਆ ਪਹੁੰਚਿਆ ਹੈ। ਬੈਠਿਓ ਆਏ ਨਿਕੇਤ ਹਮਾਰੇ। ਹੁਣ ਇਹਨਾਂ ਦੇ ਵਾਸਤੇ ਤਾਂ ਵੱਡੇ ਵੱਡੇ ਆਲਣੇ ਹੀ ਘਰ-ਬਾਰ ਹੋਇਆ ਕਰਦੇ ਹਨ। ਗ੍ਰਸਤੀ ਧਰਮ ਸੋਧੇ ਆਹਾਰੇ। ਜਿਹੜਾ ਹੈ ਪਰਿਵਾਰਕ ਵਾਲੇ ਦਾ ਫਰਜ਼, ਕੋਈ ਵੀ ਵਿਆਗਤ ਅਥਿਤੀ ਭੁੱਖਾ ਆ ਗਿਆ ਉਹਨੂੰ ਫਿਰ ਗ੍ਰਸਤੀ ਹੀ ਭੋਜਨ ਪਾਣੀ ਛਕਾਇਆ ਕਰਦੇ ਹਨ। ਖਾਨ ਪਾਨ ਬਿਸਰਾਮੇ ਦੇਬੋ। ਉਹਦਾ ਇੱਕ ਪਰਮਾਰਥੀ ਫਰਜ਼ ਬਣਦਾ ਹੈ, ਰਹਿਣ ਸਹਿਣ ਦਾ ਪ੍ਰਬੰਧ। ਜੋ ਵੀ ਭੁੱਖਾ ਧਿਆਇਆ ਆ ਗਿਆ ਉਸ ਨੂੰ ਫਿਰ ਜਥਾਯੋਗ ਭੋਜਨ ਪਾਣੀ ਵੀ ਛਕਾਉਂਦੇ ਹਨ। ਸੁਖ ਸਭ ਕਰੇ ਅਥਿਤ ਸੁਧ ਲੈਬੋ। ਵੀ ਇਹ ਆਪਣਾ ਇੱਕ ਮੁੱਖ ਤੌਰ ਤੇ ਫਰਜ਼ ਬਣਦਾ ਹੈ। ਇਸ ਨੂੰ ਜਥਾਯੋਗ
ਖਾਣ ਵਾਸਤੇ ਕੋਈ ਨਾ ਕੋਈ ਖੁਰਾਕ ਵੀ ਦੇਣੀ ਪਵੇਗੀ। ਖਗ ਤਨ ਹਾਥ ਨਾ ਦਏ ਵਿਧਾਤਾ। ਵਿਧਾਤਾ ਨੇ ਆਪਾਂ ਨੂੰ ਹੱਥ ਪੈਰ ਤਾਂ ਨਹੀਂ ਬਖਸ਼ੇ ਹੋਏ, ਆ ਪੰਛੀਆਂ ਦਾ ਜਿਹੜਾ ਸਰੀਰ ਜ਼ਰੂਰ ਦਿੱਤਾ ਹੋਇਆ ਹੈ। ਹੈ ਇੱਕ ਚੋਂਚ ਚੋਗ ਚੁਨ ਖਾਤਾ। ਕਬੂਤਰ ਕਹਿਣ ਲੱਗਿਆ ਵੀ ਅੱਗ ਚਿੰਝੀ ਹੋਈ ਹੈ, ਇਹਦੇ ਨਾਲ ਹੀ ਆਪਾਂ ਜਾ ਕਰਕੇ ਦੂਰੋਂ ਦੂਰ ਆਪਣਾ ਦਾਣਿਆਂ ਦਾ ਚੋਗਾ ਚੁਗਦੇ ਆ। ਸੁਨ ਸੁਖ ਦਾਇਨ ਸੁਧ ਇਸ ਕੇਰੀ। ਐ ਸੁਖਦੈਨ ਅਧਰੰਗੀ ਆਪਣੇ ਘਰ ਵਾਲੀ ਕਬੂਤਰੀ ਨੂੰ ਫਿਰ ਕਹਿਣ ਲੱਗਿਆ ਸੀ, ਚਈਏ ਲਈ ਸਕਲ ਇਸ ਬੇਰੀ। ਹੁਣ ਵੀ ਇਸ ਸ਼ਿਕਾਰੀ ਦੀ ਖਬਰ ਸਾਰ ਤਾਂ ਆਪਾਂ ਨੂੰ ਹੀ ਲੈਣੀ ਪਵੇਗੀ। ਪਹਿਲੇ ਪਾਵਕ ਦੈ ਹੈ ਇਸੇ। ਪਹਿਲਾਂ ਤਾਂ ਇਸ ਵਿਚਾਰੇ ਨੂੰ ਮਾੜੀ ਮੋਟੀ ਅੱਗ ਲਿਆ ਕੇ ਦੇਣੀ ਪਊ, ਉਹਦੇ ਨਾਲ ਇਹਨੇ ਆਪਣੀ ਆ ਜਿਹੜੀ ਸਰਦੀ ਹੈ ਠੰਡ ਹੈ ਦੂਰ ਕਰ ਲੈਣੀ ਹੈ। ਜਿਸ ਤੇ ਸੀਤ ਸਰੀਰੇ ਨਸੇ। ਦੇਖ ਇਹਦੇ ਤਾਂ ਕੱਲੇ ਕੱਲੇ ਅੰਗ ਕਿਵੇਂ ਬੜਾ ਕੰਬਣ ਲੱਗ ਪਏ ਹਨ। ਉਦਮ ਤੇ ਪਹਿਲੇ ਲక్ష్ਮੀ ਅਨਪੌਨ। ਉਦਮ ਅੱਗੇ ਲక్ష్ਮੀ ਪੱਖੇ ਅੱਗੇ ਪਾਉਣ ਕਹਿ ਲੱਗਿਆ ਜੀ ਉਦਮ ਕਰਾਂਗੇ ਤਾਂ ਹੀ ਫਿਰ ਇਸ ਸ਼ਿਕਾਰੀ ਦੀ ਕੋਈ ਨਾ ਕੋਈ ਆਪਣੇ ਵੱਲੋਂ ਸੇਵਾ ਹੋ ਸਕਦੀ ਹੈ। ਜਿਮ ਬਿਜਨੇ ਹਾਲੇ ਹੋਏ ਪੌਨ। ਜੇ ਮੈਂ ਪੱਖਾ ਹੱਲੂ ਤਾਂ ਫਿਰ ਦੂਜਿਆਂ ਨੂੰ ਹਵਾ ਲੱਗਣੀ ਹੈ। ਹਿਮ ਬੋਲਤ ਹੀ ਉੱਡ ਕਰ ਗਇਓ। ਹੁਣ ਜਦੋਂ ਨਰ ਤੇ ਮਦੀਨ ਦੋਵਾਂ ਨੇ ਸਲਾਹ ਕੀਤੀ ਤੇ ਉਸੇ ਵਕਤ ਜਿਹੜਾ ਕਬੂਤਰ ਉਹ ਡਾਰੀ ਮਾਰ ਕਰਕੇ ਉੱਡ ਗਿਆ ਸੀ। ਗ੍ਰਾਮ ਅਗਨ ਤੁਕ ਦੇਖਤ ਪਇਓ। ਪਿੰਡ ਦੇ ਵਿੱਚ ਜਾ ਕਰਕੇ ਇੱਕ ਥਾਂ ਤੇ ਅੱਗ ਬਲ ਰਹੀ ਸੀ। ਮਹਿੰਗਣ ਆਗ ਸੁਲੰਗਣੀ ਲੈ ਕੇ। ਹੁਣ ਜਿਤਨੀ ਕੁ ਵਿਚਾਰੇ ਦੀ ਚੁੰਝ ਹੈ ਉਤਨੀ ਚੀਜ਼ ਉਠਾ ਸਕੂ। ਇੱਕ ਮਾੜੀ ਜੀ ਜਿਹੜੀ ਬਲਦੀ ਹੋਈ ਮਿੰਗਣੇ ਨੇ ਆਪਣੇ ਚੁੰਝ ਦੇ ਵਿੱਚ ਪਕੜ ਲਈ ਸੀ। ਲਿਆਏ ਬਦਕ ਆਗੇ ਦੇ ਕੇ। ਉਹ ਜਿਹੜੀ ਮਾੜੀ ਮਾੜੀ ਬਲਦੀ ਹੋਈ ਮਿੰਗਣ ਇਸਨੇ ਸ਼ਿਕਾਰੀ ਦੇ ਅੱਗੇ ਲਿਆ ਕਰਕੇ ਸੁੱਟ ਦਿੱਤੀ ਸੀ। ਸ਼ੁਸ਼ਕ ਆਲਣੇ ਤੇ ਤਰਨ ਗੇਰੇ। ਉਹਨੇ ਫਿਰ ਇਹਦੇ ਨਾਲ ਆਲੇ ਦੁਆਲੇ ਤੋਂ ਥੋੜੀਆਂ ਬਹੁਤੀਆਂ ਲੱਕੜਾਂ ਇਕੱਠੀਆਂ ਕਰਕੇ ਆਪਣੀ ਅੱਗ ਬਾਲ ਲਈ ਹੈ। ਬਦਕ ਹੇਰ ਜਾਰੇ ਤਿਸ ਬੇਰੇ। ਜਦੋਂ ਇਹਨਾਂ ਨੇ ਦੇਖਿਆ ਵੀ ਉਦਮ ਦੇ ਨਾਲ ਸ਼ਿਕਾਰੀ ਨੇ ਕਿਤਨੀ ਜਿਹੜੀ ਅੱਗ ਬਾਲ ਲਈ ਹੈ। ਈਂਦਨ ਅਦਕ ਪਰਿਓ ਚੁਨ ਲਿਓ। ਆਲੇ ਦੁਆਲੇ ਤੋਂ ਪਹਿਲਾਂ ਨਿੱਕੀਆਂ ਨਿੱਕੀਆਂ ਲੱਕੜਾਂ ਲਿਆਂਦੀਆਂ, ਉਹਦੇ ਉੱਪਰ ਵੱਡੀਆਂ ਵੱਡੀਆਂ ਨੇ ਲਗਾ ਦਿੱਤੀਆਂ ਸਨ। ਬਹੁਤ ਪੜਾਵ ਮੁਚਾਵਦ ਪਇਓ। ਹੁਣ ਵੱਡੀਆਂ ਵੱਡੀਆਂ ਜਦੋਂ ਲਾਟਾਂ ਸੁੱਕੀਆਂ ਲੱਕੜਾਂ ਦੇ ਵਿੱਚੋਂ ਨਿਕਲਣ ਲੱਗ ਪਈਆਂ ਸਨ। ਗਇਓ ਸੀਤ ਪਰ ਭੂਖਾ ਰਹਿਓ। ਹੁਣ ਸੋਚਣ ਲੱਗ ਪਏ ਦੋਵੇਂ ਹੀ ਕਬੂਤਰ ਤੇ ਕਬੂਤਰੀ ਵੀ ਇਹਦੀ ਹੁਣ ਜਿਹੜੀ ਸਰਦੀ ਠੰਡ ਉਹ ਤਾਂ ਹੋ ਗਈ ਆ ਦੂਰ, ਪਰ ਅਜੇ ਇਹਨੂੰ ਖਾਣ ਪੀਣ ਵਾਸਤੇ ਕੁਝ ਵੀ ਨਹੀਂ ਪ੍ਰਾਪਤ ਹੋਇਆ ਹੈ। ਦੇਖ ਕਪੋਤ ਬਾਤ ਤਬ ਕਹਿਓ। ਇਸ ਨੂੰ ਭੁੱਖਾ ਦੇ ਦੇ ਹੋਇਆ ਕਬੂਤਰ ਫਿਰ ਕਬੂਤਰੀ ਨੂੰ ਕਹਿਣ ਲੱਗਿਆ ਸੀ, ਹੇ ਕਰ ਕੀ ਸਰਦਾਰਨ ਸੁਨੋ। ਕਹਿ ਲੱਗਿਆ ਵੀ ਦੇਖ ਤੈਂ ਆਪਣੇ ਨਿੱਕੇ ਨਿੱਕੇ ਆ ਬੱਚਿਆਂ ਨੂੰ ਉਦਮ ਪ੍ਰਸ਼ਾਰ ਦੇ ਨਾਲ ਆਪਣੇ ਆਪ ਹੀ ਪਾਲ ਲੈਣਾ ਹੈ। ਬਾਲ ਬੱਚੇ ਪਾਲੋ ਸੁਖ ਸਨੋ। ਕਬੂਤਰ ਕਹਿ ਲੱਗਿਆ ਵੀ ਮੇਰੇ ਤੋਂ ਬਾਅਦ ਇਹਨਾਂ ਬਾਲ ਬੱਚਿਆਂ ਦੀ ਸੰਭਾਲ ਤਾਂ ਆਪ ਹੀ ਕਰਨੀ ਹੈ। ਇਸ ਮਾਨੂ ਹਿਤ ਅਲਪ ਆਹਾਰਾ। ਹੁਣ ਭਾਵੇਂ ਇਹ ਹੈ ਤਾਂ ਮਨੁੱਖ, ਇਹਨੂੰ ਖਾਣ ਵਾਸਤੇ ਕਾਫੀ ਖੁਰਾਕ ਦੀ ਵੀ ਲੋੜ ਹੈ। ਦਿਓ ਸਰੀਰ ਆਪਨ ਇਸ ਬਾਰਾ। ਮੈਂ ਤਾਂ ਆਪਣਾ ਜਿਹੜਾ ਸਰੀਰ ਹੀ ਇਹਦੀ ਭੁੱਖ ਦੂਰ ਕਰਨ ਦੇ ਲਈ ਭੇਟਾ ਕਰ ਦੇਣਾ ਹੈ। ਕਹੇ ਕਪੋਤੀ ਧਰਮ ਸੋ ਮੇਰਾ। ਸੁਣ ਕਰਕੇ ਕਬੂਤਰੀ ਕਹਿ ਲੱਗੀ ਵੀ ਤੁਹਾਡੇ ਤੋਂ ਪਹਿਲਾਂ ਮੇਰਾ ਧਰਮ ਇਸ ਸ਼ਿਕਾਰੀ ਦੀ ਸੇਵਾ ਕਰਨਾ ਬਣਦਾ ਹੈ। ਦਿਓ ਆਹਾਰ ਆਪਨ ਤਨ ਕੇਰਾ। ਮੈਂ ਆਪਣੇ ਜਿਸਮ ਦੀ ਖੁਰਾਕ ਹੀ ਇਸ
ਅਤਿਥੀ ਨੂੰ ਦੇ ਦੇਣੀ ਹੈ। ਦੋਹਰਾ ਨਾਰੀ ਨਰਕ ਸਰੀਰ ਹੈ, ਬਿਨਾ ਪੁਰਖ ਕੈ ਕਾਮ। ਕਬੂਤਰੀ ਨੇ ਉਸ ਸਮੇਂ ਆਪਣੇ ਹਿਰਦੇ ਦੀ ਜਿਹੜੀ ਵਿਚਾਰੇ ਦੇ ਸਾਹਮਣੇ ਰੱਖੀ ਵੀ ਉਹ ਪੁਰਸ਼ ਤੋਂ ਬਗੈਰ ਅਵਲਾ ਦਾ ਜਿਹੜਾ ਸਰੀਰ ਨਰਕ ਦੇ ਸਮਾਨ ਹੋਇਆ ਕਰਦਾ ਹੈ। ਸਤਗਤ ਦਾਤਾ ਪੁਰਖ ਹੈ, ਅਵਰਨ ਦਾਤਾ ਰਾਮ। ਹੋਰ ਜੀਵਾਂ ਨੂੰ ਤਾਂ ਸਦਗਤੀ ਦੇਣ ਵਾਲਾ ਹੈ ਪਰਮਾਤਮਾ ਭਗਵਾਨ, ਪਰ ਅਵਲਾ ਦੇ ਲਈ ਸਾਰਿਆਂ ਨਾਲੋਂ ਵੱਡਾ ਜਿਹੜਾ ਆਸਰਾ ਉਸ ਦਾ ਪਤੀ ਹੋਇਆ ਕਰਦਾ ਹੈ। ਪੁਰਖ ਕਯੋ ਕਰ ਤਰਿਆ ਬਿਨ, ਸੂਨਾ ਰਹੇ ਦੁਆਰ। ਇਹ ਸੁਣ ਕਰਕੇ ਕਬੂਤਰ ਨੇ ਵੀ ਆਪਣੇ ਵੱਲੋਂ ਜਥਾਜੋਗ ਜਵਾਬ ਦੇ ਦਿੱਤਾ ਸੀ। ਕਹਿਣ ਲੱਗਿਆ ਵੀ ਪਤਨੀ ਤੋਂ ਬਗੈਰ ਹੁਣ ਜਿਹੜਾ ਬਹੁਤ ਵੱਡਾ ਘਰ ਭਾਵੇਂ ਕਿਉਂ ਨਾ ਬਣਿਆ ਹੋਵੇ ਉਹ ਵੀ ਫਿਰ ਸੋਨਾ ਸਰੈਂ ਦੇ ਸਮਾਨ ਬਣ ਜਾਇਆ ਕਰਦਾ ਹੈ। ਪੁਰਖ ਵਹਿ ਰਹੀ ਸੂਰਮਾ, ਅੰਤਰ ਕਰਕੇ ਖੁਆਰ। ਜਿਹੜੇ ਨੇ ਪੁਰਖ ਮੰਨ ਲਓ ਕੋਈ ਤਾਂ ਬਾਹਰੀ ਮਰਦਾਂ ਦੇ ਸਮਾਨ ਹੋਇਆ ਕਰਦੇ ਹਨ, ਭਾਵ ਵੀ ਜਿਹੜੇ ਨੇ ਪ੍ਰਾਣੀ ਉਹਨਾਂ ਨੂੰ ਆਪਣਾ ਜਿਹੜਾ ਹੈ ਪਰਿਵਾਰ ਦੀ ਸੰਭਾਲ ਕਰਨੀ ਬੜੀ ਔਖੀ ਹੋ ਜਾਇਆ ਕਰਦੀ ਹੈ। ਸੋ ਕਵੀ ਜੀ ਨੇ ਇੱਥੇ ਜਿਹੜੀਆਂ ਪੌਰਾਣਿਕ ਪੁਰਾਤਨ ਸਮੇਂ ਦੀਆਂ ਆਪਣੇ ਵੱਲੋਂ ਕੇਵਲ ਤੇ ਕੇਵਲ ਇੱਕ ਸਮਝਾਉਣ ਦੇ ਲਈ ਇਹੋ ਜਿਹੀਆਂ ਸਾਖੀਆਂ ਕਥਨ ਕੀਤੀਆਂ ਹਨ, ਪਰ ਸਤਿਗੁਰੂ ਜੀ ਨੇ ਆਪਣੇ ਗੁਰ ਸਿੱਖਾਂ ਆਪਣੇ ਪੈਰੋਕਾਰਾਂ ਦੇ ਲਈ ਬੜੇ ਸੁਨਹਿਰੀ ਅਸੂਲ ਕਾਇਮ ਕੀਤੇ ਹੋਏ ਹਨ। ਭਾਵੇਂ ਕੋਈ ਮਾਈ ਹੈ ਚਾਹੇ ਭਾਈ ਹੈ, ਪਾਓ ਭਗਤ ਗੁਰਪੁਰਬ ਕਰ, ਨਾਮਦਾਨ ਇਸ਼ਨਾਨ ਦਿੜਾਇਆ। ਗੁਰਮੁਖ ਨਾਮਦਾਨ ਇਸ਼ਨਾਨ, ਇਹ ਜਿਹੜੇ ਤਿੰਨ ਸੁਨਹਿਰੀ ਅਸੂਲ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਇਹਨਾਂ ਬਚਨਾਂ ਦੇ ਵਿੱਚ ਕਥਨ ਕੀਤੇ ਹਨ। ਗੁਰਮੁਖ ਨਾਮਦਾਨ ਇਸ਼ਨਾਨ, ਜਿਹੜਾ ਗੁਰਮੁਖ ਉਹ ਤਾਂ ਇਹਨਾਂ ਤਿੰਨ ਸੁਨਹਿਰੀ ਅਸੂਲਾਂ ਨੂੰ ਜੀਵਨ ਦੇ ਵਿੱਚ ਧਾਰਨ ਕਰਕੇ ਸਾਰੇ ਸੁਖ ਹੀ ਪ੍ਰਾਪਤ ਕਰ ਸਕਦਾ ਹੈ। ਚੌਪਈ ਸੁਨੋ ਨੀਗਰਾ ਪਤ ਬਚ ਹੋਤੀ। ਉਸ ਸਮੇਂ ਕਬੂਤਰੀ ਨੇ ਫਿਰ ਆਪਣੇ ਪਤੀ ਕਬੂਤਰ ਨੂੰ ਸਮਝਾਉਣਾ ਕੀਤਾ ਸੀ। ज्वालत अगन में गिरी कपोती। ਉਸ ਵਕਤ ਇਸ ਸ਼ਿਕਾਰੀ ਦੀ ਜਿਹੜੀ ਭੁੱਖ ਦੂਰ ਕਰਨ ਵਾਸਤੇ ਇਹਨਾਂ ਨੇ ਆਪਣੇ ਸਰੀਰ ਹੀ ਅਰਪਣ ਕਰ ਦਿੱਤੇ ਹਨ। बदत देग भूनी अर खाई। ਉਸ ਸਮੇਂ ਦੇ ਕਰਕੇ ਜਿਹੜਾ ਸ਼ਿਕਾਰੀ ਬੇਜ਼ਬਾਨ ਜਾਨਵਰਾਂ ਦੀ ਕੁਰਬਾਨੀ ਨੂੰ ਮਨ ਦੇ ਵਿੱਚ ਬੜਾ ਹੈਰਾਨ ਹੋ ਗਿਆ ਹੈ। तबे कपोत विचार उठाई। ਉਹ ਤੋਂ ਬਾਅਦ ਕਬੂਤਰ ਵੀ ਸੋਚਣ ਲੱਗ ਪਿਆ ਸੀ नर तर तीन शेर लै खाई। ਵੀ ਇਹ ਜਿਹੜਾ ਮਨੁੱਖ ਇਹਨੂੰ ਤਾਂ ਹੁਣ ਕਾਫੀ ਭੋਜਨ ਦੀ ਲੋੜ ਪੈਂਦੀ ਹੈ ਨਾ, ਆਪਣੀ ਭੁੱਖ ਮਿਟਣ ਵਾਸਤੇ ਜਿਹੜੇ ਕੱਚੇ ਤਿੰਨ ਕੁ ਸੈਰ ਦੇ ਵਜਨ ਹੋਇਆ ਕਰਦੇ ਹਨ, ਇਤਨਾ ਕੋਈ ਅੰਨ ਖਾਣ ਵਾਸਤੇ ਮਿਲੇ ਤਾਂ ਫਿਰ ਇਹਨਾਂ ਦੇ ਪੇਟ ਦੀ ਜਿਹੜੀ ਭੁੱਖ ਦੂਰ ਹੋ ਸਕਦੀ ਹੈ। अर्ध थुदत रहगा अरगाई। ਇਹ ਤਾਂ ਵਿਚਾਰਾ ਅੱਧਾ ਕੁ ਭੁੱਖਾ ਰਹਿ ਕਰਕੇ ਨਾ ਉਸੇ ਤਰ੍ਹਾਂ ਚੁੱਪ ਕਰਕੇ ਬੈਠਾ ਹੈ। अध भोजन ते भूखा राखै। ਹੁਣ ਜਿਹੜਾ ਗ੍ਰਸਤ ਆਸ਼ਰਮ ਨੂੰ ਧਾਰਨ ਕਰਨ ਵਾਲਾ ਆਏ ਗਏ ਅਤਿਥੀ ਨੂੰ ਵਿਗਿਆਤ ਨੂੰ ਅੱਧਾ ਭੁੱਖਾ ਰੱਖਣ ਵਾਲਾ ਹੈ। नरक परे दाता श्रुत प्राखै। ਇਹ ਹੈ ਵੈਦਾਂ ਸੁਰਤੀਆਂ ਦੀ ਵਿਚਾਰ ਵੀ ਜੇ ਅੱਧਾ ਭੁੱਖਾ ਰਹਿ ਗਿਆ ਉਸ ਗ੍ਰਸਤੀ ਨੂੰ ਨਰਕਾਂ ਦੇ ਵਿੱਚ ਡਿੱਗਣਾ ਪਵੇਗਾ। तब तज मोह अगन में गिरियो। ਉਸ ਸਮੇਂ ਜਦੋਂ ਇਹਨਾਂ ਨੇ ਸ਼ਿਕਾਰੀ ਦੀ ਭੁੱਖ ਨੂੰ ਬੈਠਣ ਵਾਸਤੇ ਆਪਣਾ ਆਪ ਹੀ ਕੁਰਬਾਨ ਕਰ ਦਿੱਤਾ ਸੀ। हेर पार दी करुणा परियो। ਦੇ ਕਰਕੇ ਇਸ ਸ਼ਿਕਾਰੀ ਦੇ ਮਨ ਦੇ ਵਿੱਚ ਬੜਾ ਰਹਿਮ ਬੜੀ
ਦਇਆ ਪੈਦਾ ਹੋ ਗਈ ਹੈ। ਤਨ ਤਨ ਏ ਖਗ ਤਨ ਤਰੇ। ਵੀ ਇਹ ਦੇਖੋ ਪੰਛੀ ਵੀ ਕਿਤਨੇ ਧਨਤਾ ਦੇ ਯੋਗ ਹਨ, ਜਿਨ੍ਹਾਂ ਨੇ ਆ ਮੇਰੀ ਭੁੱਖ ਨੂੰ ਮਹਿਸੂਸ ਕਰਦਿਆਂ ਹੋਇਆ ਆਪਣੇ ਜਿਸਮਾਂ ਦੀ ਵੀ ਕੋਈ ਪਰਵਾਹ ਨਹੀਂ ਕੀਤੀ ਹੈ। ਮਮ ਆਹਾਰ ਹਿਤ ਦੋਨੋਂ ਮਰੇ। ਮੇਰੀ ਖੁਰਾਕ ਪੂਰੀ ਕਰਨ ਦੇ ਲਈ ਇਹ ਤਾਂ ਦੋਵੇਂ ਹੀ ਮਰ ਚੁੱਕੇ ਹਨ। ਮੈਂ ਪਾਪੀ ਵੱਡ ਹੋਇਓ ਪਾਪ। ਸੋਚਣ ਲੱਗ ਪਿਆ ਵੀ ਮੇਰੇ ਪਾਪੀ ਤੋਂ ਬਹੁਤ ਵੱਡਾ ਇੱਕ ਅਪਰਾਧ ਹੋ ਚੁੱਕਿਆ ਹੈ। ਬਿਨ ਸੋ ਤਨ ਮੋਹ ਸੋ ਤਜ ਆਪ। ਹੁਣ ਇਹ ਵੀ ਆਪਣੇ ਸਰੀਰ ਦੀ ਪਕੜ ਨੂੰ ਦੌਰ ਕਰਕੇ ਸੋਚਣ ਲੱਗਿਆ ਵੀ ਹੁਣ ਮੈਂ ਇਹੋ ਜਿਹਾ ਬੜਾ ਭਾਰੀ ਜਿਹੜਾ ਕਠਨ ਤਪ ਕਰਨਾ ਹੈ। ਮੈਂ ਤਪ ਤਪੋ ਜੇ ਨਰਤਨ ਹੋਵਾ। ਜਿਹੜਾ ਮਨੁੱਖਾ ਸਰੀਰ ਮੈਨੂੰ ਪ੍ਰਾਪਤ ਹੋਇਆ ਨਾ, ਇਹਦੇ ਨਾਲ ਬੜੀ ਜਦੋਂ ਘੋਰ ਤਪੱਸਿਆ ਕਰ ਲੈਣੀ ਹੈ। ਇਮ ਕੇ ਪ੍ਰੇਮ ਉਮਕ ਬਹੁ ਰੋਵਾ। ਇਹ ਜਿਹੜਾ ਸ਼ਿਕਾਰੀ ਇਹਨਾਂ ਬੇਜ਼ਬਾਨ ਪੰਛੀਆਂ ਨੂੰ ਦੇ ਕਰਕੇ ਜੰਗਲ 'ਚ ਇਕੱਲਾ ਹੀ ਭੁੱਬਾ ਮਾਰ ਕੇ ਰੋਣ ਲੱਗ ਪਿਆ ਸੀ। ਮਹਾਰਾਜ ਤਵ ਹੁਕਮ ਬਖਾਨਾ। ਉਸ ਸਮੇਂ ਜਦੋਂ ਇਤਨਾ ਬੈਰਾਗ ਇਤਨਾ ਰਹਿਮ ਇਹਦੇ ਮਨ ਦੇ ਵਿੱਚ ਪੈਦਾ ਹੋ ਗਿਆ, ਉਸ ਸਮੇਂ ਭਗਵਾਨ ਜੀ ਵੀ ਇਹ ਸਾਰੀ ਜਿਹੜੀ ਇਹਦੀ ਕਿਰਿਆ ਨੂੰ ਦੇਖ ਰਹੇ ਸਨ। ਇਹ ਥਾਂ ਆਨੋ ਪਠਿਓ ਬਿਮਾਨਾ। ਇੱਕ ਦ੍ਰਿਸ਼ਟਾਂਤ ਹੈ, ਪ੍ਰਮਾਣ ਹੈ। ਕਵੀ ਜੀ ਨੇ ਪੁਰਾਣਕ ਇਤਿਹਾਸ ਲਿਖਿਆ ਹੋਇਆ ਹੈ। ਥੋੜ੍ਹੀ ਬਹੁਤੀ ਸਿੱਖਿਆ ਵੀ ਇਹਦੇ ਵਿੱਚੋਂ ਹਾਸਲ ਹੋ ਜਾਂਦੀ ਹੈ। ਜਦੋਂ ਇਹਦੇ ਮਨ ਦੇ ਅੰਦਰ ਇਤਨਾ ਰਹਿਮ ਇਤਨੀ ਦਇਆ ਪੈਦਾ ਹੋਈ, ਪਰਮਾਤਮਾ ਨੇ ਫਿਰ ਆਪਣੇ ਵੱਲੋਂ ਇੱਕ ਭਗਵਾਨ ਭੇਜ ਦਿੱਤਾ ਸੀ। ਸੈਦ ਕੁਟੰਬ ਕਬੂਤਰ ਚੜਿਓ। ਜਿਹੜਾ ਕਬੂਤਰ ਸਮੇਤ ਪਰਿਵਾਰ ਦੇ ਉਸ ਭਗਵਾਨ ਦੇ ਵਿੱਚ ਸਵਾਰ ਹੋ ਗਿਆ। ਬਦਕ ਚੜਾਏ ਸੰਗ ਮਦ ਬੜਿਓ। ਇਸੇ ਤਰ੍ਹਾਂ ਇਹਨਾਂ ਨੇ ਨਾਲ ਹੀ ਸ਼ਿਕਾਰੀ ਨੂੰ ਵੀ ਭਗਵਾਨ ਦੇ ਵਿੱਚ ਹੀ ਬਿਠਾ ਲਿਆ ਸੀ। ਸੁਖ ਸਭ ਬਿਦ ਕੋ ਜਹਾਂ ਉਦਾਰਾ। ਜਿੱਥੇ ਹੁਣ ਪ੍ਰਾਣੀ ਨੂੰ ਮਰਨ ਤੋਂ ਬਾਅਦ ਬੈਕੁੰਠਾਂ ਦੇ ਵਿੱਚ ਬੜੇ ਸੁੱਖ ਪ੍ਰਾਪਤ ਹੁੰਦੇ ਹਨ, ਬਸ ਕਰ ਪੋਗੇ ਅਨਕ ਪ੍ਰਕਾਰਾ। ਹੁਣ ਇਹ ਸਾਰੇ ਹੀ ਉਸ ਥਾਂ ਤੇ ਬੜੇ ਸੁੱਖਾਂ ਨੂੰ ਭੋਗਣ ਲੱਗ ਪਏ ਨੇ। ਸੁਨ ਲਰਕੇ ਇਹ ਮਾਰਗ ਦੋਏ। ਉਸ ਸਮੇਂ ਸਤਿਗੁਰੂ ਜੀ ਭਾਈ ਆਨੰਦ ਸਿੰਘ ਜੀ ਨੂੰ ਸਮਝਾਉਣ ਲੱਗੇ ਵੀ ਦੇ ਲੈ, ਇਹ ਜਿਹੜੇ ਪਰਮਾਰਥ ਦੇ ਦੋ ਰਸਤੇ ਤੈਨੂੰ ਦੱਸ ਦਿੱਤੇ ਹਨ। ਤੋਏ ਸੰਗ ਹਮ ਬੂਝਤ ਸੋਏ। ਮਹਾਰਾਜ ਪੁੱਛਣ ਲੱਗੇ ਵੀ ਦੱਸ ਤੈਨੂੰ ਕਿਹੜਾ ਮਨ ਦੇ ਵਿੱਚ ਪਸੰਦ ਆ ਗਿਆ ਹੈ। ਤੋਹੇ ਹਿਰਦੈ ਕੇ ਕੌਣ ਪਸੰਦ। ਇੱਕ ਨੰਬਰ ਤੇ ਜੋ ਤਿਆਗੀ ਹੈ, ਬਰਾਗੀ ਹੈ, ਫਕੀਰ ਹੈ। ਆ ਦੂਜੇ ਨੰਬਰ ਤੇ ਕਬੂਤਰ ਤੇ ਕਬੂਤਰੀ ਦਾ ਮਹਾਰਾਜ ਨੇ ਦੇ ਸਾਹਮਣੇ ਦ੍ਰਿਸ਼ਟਾਂਤ ਪ੍ਰਮਾਣ ਰੱਖਿਆ ਸੀ। ਜਿਸ ਤੇ ਚਾਤ ਸ਼ਿਰੈ ਬਿਲੰਦ। ਮਹਾਰਾਜ ਕਹਿ ਲੱਗੇ ਵੀ ਜਿਹੜੀ ਹੁਣ ਤੂੰ ਆਪਣੀ ਮੁਕਤੀ ਪ੍ਰਾਪਤ ਕਰਨੀ ਚਾਹੁੰਦਾ, ਨਤੁਰ ਖੁਆਰ ਹੋਣ ਕੇ ਜਾਨੋ। ਦੱਸ ਤੈਨੂੰ ਇਹਨਾਂ ਦੇ ਵਿੱਚੋਂ ਕਿਹੜਾ ਚੰਗਾ ਲੱਗਦਾ ਹੈ, ਨਹੀਂ ਤਾਂ ਫਿਰ ਜੀਵਨ ਦੇ ਅੰਦਰ ਖੱਜਲ ਖੁਆਰੀ ਪੈਦਾ ਹੋ ਜਾਣੀ ਹੈ। ਭੇਖ ਅਨੇਕ ਵਿਵੇਕ ਹਾਨੋ। ਆ ਜਿਹੜੇ ਅਨੇਕਾਂ ਹੀ ਭੇਖਾਂ ਵਾਲੇ ਵਿਵੇਕ ਤੋਂ ਹੀਣੇ ਉਸੇ ਤਰ੍ਹਾਂ ਹੀ ਭਰਮਦੇ ਫਿਰਦੇ ਹਨ। ਗ੍ਰਸਤੀ ਅਪਰ ਸਾਧ ਪੀ ਕਨੇ। ਸਤਿਗੁਰੂ ਜੀ ਕਹਿ ਲੱਗੇ ਵੀ ਆ ਦੁਨੀਆ ਦੇ ਅੰਦਰ ਇਹੋ ਜਿਹੇ ਸਾਧੂ ਮਹਾਤਮਾ ਵੀ ਬੜੇ ਹਨ, ਕੋ ਜਿਨ੍ਹਾਂ ਪੂਰਾ ਪ੍ਰਾਣੀਆਂ ਨੇ ਆ ਗ੍ਰਸਤ ਮਾਰਗ ਧਾਰਨ ਕੀਤਾ ਹੋਇਆ, ਉਹ ਵੀ ਧਰਤੀ ਦੇ ਉੱਪਰ ਬੜੇ ਘੁੰਮ ਰਹੇ ਹਨ। ਕੋ ਪੂਰਾ ਉਤਰੇ ਹਿਤ ਸਨੇ। ਹਿਤ ਸਨੇ, ਜਿਨ੍ਹਾਂ ਦੇ ਮਨ ਦੇ ਅੰਦਰ ਕੋਈ ਐਸਾ ਪ੍ਰਭੂ ਦੇ ਚਰਨਾਂ ਦਾ ਪ੍ਰੇਮ ਪੈਦਾ ਹੋ ਗਿਆ ਨਾ, ਜਨ ਪ੍ਰੇਮ ਕੀਓ ਤਨੀ ਪ੍ਰਭ ਪਾਇਓ। ਚਾਹੇ ਕੋਈ ਤਿਆਗੀ ਹੈ, ਬੈਰਾਗੀ ਹੈ, ਚਾਹੇ ਕੋਈ ਹੈ ਪਰਿਵਾਰ ਵਾਲਾ, ਉਹੀ ਜਿਹੜੇ ਦੁਨੀਆ ਦੇ ਵਿੱਚ ਪੂਰੇ ਉਤਰ ਸਕਦੇ ਨੇ, ਵੀ ਜਿਨ੍ਹਾਂ ਦੇ
ਇਹ ਹਿਰਦੇ ਅੰਦਰ ਇਹੋ ਜਿਹਾ ਕੋਈ ਪਰਮਾਤਮਾ ਦੇ ਚਰਨਾਂ ਦਾ ਬੜਾ ਪਿਆਰ ਪੈਦਾ ਹੋ ਗਿਆ। ਗੁਰ ਦੀਵਾਨ ਮੈਂ ਤੂੰ ਸਚ ਪਾਖੋ। ਸਤਿਗੁਰੂ ਜੀ ਕਹਿਣ ਲੱਗੇ ਵੀ ਬੇਟਾ ਦੇ ਲਾ ਹੁਣ ਤੋਂ ਰੂਹਾਨੀ ਦੀਵਾਨ ਦੇ ਵਿੱਚ ਬੈਠਾ ਇਸ ਵਕਤ ਆਪਣੇ ਹਿਰਦੇ ਦੀ ਸੱਚੀ ਗੱਲ ਦੱਸਣੀ ਪਊ ਵੀ ਤੈਨੂੰ ਦੋਵਾਂ ਦੇ ਵਿੱਚੋਂ ਕਿਹੜਾ ਇਹ ਮਾਰਗ ਪਸੰਦ ਆਇਆ ਹੈ। ਕਿਆ ਮਨ ਹੈ ਗੋ ਕੰਨ ਬਿਲਾਖੋ। ਸਤਿਗੁਰੂ ਜੀ ਕਹਿਣ ਲੱਗੇ ਅੱਗੇ ਹੈ ਤੇਰੇ ਮਨ ਦੀ ਮਰਜ਼ੀ, ਚਾਹੇ ਤੇ ਫਕੀਰ ਬਣ ਜਾ, ਸਾਧ ਬਣ ਜਾ, ਚਾਹੇ ਫਿਰ ਤੂੰ ਆਪਣਾ ਜਿਹੜਾ ਪਰਿਵਾਰ ਵੀ ਜਾ ਕਰਕੇ ਸੰਭਾਲ ਸਕਦਾ ਹੈ। ਭਗਤ ਦੇ ਚੌ ਜੁੰਗ ਜਗਤ ਮਝਾਰਾ। ਹੁਣ ਜਿਹੜੇ ਪਹਿਲੇ 4 ਯੁੱਗਾਂ ਦੇ ਵਿੱਚ ਬੜੇ ਭਗਤ ਜਨ ਪੈਦਾ ਹੋਏ ਹਨ। ਸ੍ਰੀ ਭਗਤ ਪ੍ਰਹਲਾਦ ਉਦਰੀਆਂ ਹਸਤ ਕਮਲ ਮਾਥੇ ਪਰ ਧਰੀਆਂ। ਸਤਿਯੁਗ ਹੈ, ਤ੍ਰੇਤਾ ਹੈ, ਦੁਆਪਰ ਹੈ। ਇਹਦੇ ਵਿੱਚ ਵੀ ਬੜੇ ਪੀਰ ਫਕੀਰ ਔਰ ਅੰਬਰ ਔਲੀਏ ਸਾਧੂ ਜਨ ਪਤਾ ਨਹੀਂ ਕਿਤਨੇ ਪੈਦਾ ਹੋਏ ਹਨ। ਸਭ ਕੋ ਕਹੇ ਕਬੀਰ ਸਰਦਾਰਾ। ਪਰ ਭਗਤ ਕਬੀਰ ਜੀ ਇਹ ਸਾਰੇ 15 ਭਗਤਾਂ ਦੇ ਸ਼੍ਰੋਮਣੀ ਮੰਨੇ ਜਾਂਦੇ ਹਨ। ਸਿੱਧ ਗ੍ਰਸਤ ਤਿਨ ਕਰ ਦਿਖਰਾਇਓ। ਉਹਨਾਂ ਨੇ ਵੀ ਜਿਨ ਤੂੰ ਜਾਤਾ ਸੋ ਗ੍ਰਸਤ ਉਦਾਸੀ ਪ੍ਰਵਾਨ ਨਾ ਮਰਤਾ ਸੋਈ ਨਿਰਵਾਨ। ਮਹਾਰਾਜ ਕਹਿਣ ਲੱਗੇ ਵੀ ਦੇਖ ਲੈ ਭਗਤ ਕਬੀਰ ਜੀ ਆਪਣੇ ਪਰਿਵਾਰ ਦੇ ਵਿੱਚ ਹੀ ਰਹਿੰਦਿਆਂ ਹੋਇਆਂ ਉਹਨਾਂ ਨੇ ਇੱਕ ਮਿਸਾਲ ਸਿੱਧ ਕਰਕੇ ਜਗਿਆਸੂਆਂ ਨੂੰ ਸਾਹਮਣੇ ਦਿਖਾ ਦਿੱਤੀ। ਤੇ ਜਿਹੜੇ ਆਪਣੀ ਬਿਰਤੀ ਨੂੰ 8 ਪੈਰ ਰਾਤ ਦਿਨ ਪ੍ਰਭੂ ਦੇ ਚਰਨਾਂ ਦੇ ਨਾਲ ਜੋੜ ਕਰਕੇ ਰੱਖਿਆ ਕਰਦੇ ਸੀ। ਭਗਤ ਨਾਮਦੇਵ ਜੀ ਨੇ ਵੀ ਬੜੇ ਪ੍ਰਵਚਨ ਕੀਤੇ ਹਨ। ਜਦੋਂ ਤਲੋਚਨ ਦੇ ਮਨ ਦੇ ਵਿੱਚ ਦੇ ਕਰਕੇ ਇਹਨਾਂ ਨੂੰ ਕਾਰੋਬਾਰ ਕਰਦਿਆਂ ਹੋਇਆਂ ਨਾਮਾ ਕਹਿ ਤਲੋਚਨਾ ਮੁਖ ਤੇ ਰਾਮ ਸਮਾਲ ਹਾਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ। ਇਹੋ ਜੀ ਬਿਰਤੀ ਕਮਾਈਆਂ ਕਰਨ ਵਾਲੇ ਤਾਂ ਜ਼ਰੂਰ ਧਾਰਨ ਕਰ ਸਕਦੇ ਹਨ, ਪਰ ਆਮਦੇ ਬਾਅਦ ਦੀ ਗੱਲ ਤਾਂ ਹੈ ਨਹੀਂ। ਮਹਾਰਾਜ ਕਹਿਣ ਲੱਗੇ ਵੀ ਦੇਖ ਭਗਤ ਕਬੀਰ ਜੀ ਨੇ ਵੀ ਦੁਨੀਆ ਦੇ ਲੋਕਾਂ ਨੂੰ ਪ੍ਰੈਕਟੀਕਲੀ ਤੌਰ 'ਤੇ ਸਾਹਮਣੇ ਕਰਕੇ ਦਿਖਾ ਦਿੱਤਾ ਵੀ ਪਰਿਵਾਰ ਦੇ ਵਿੱਚ ਰਹਿੰਦਿਆਂ ਹੋਇਆ ਜਿਨ੍ਹਾਂ ਨੇ ਬੜੀ ਜਿਹੜੀ ਉਦਾਸੀਨ ਬਿਰਤੀ ਧਾਰਨ ਕੀਤੀ ਹੋਈ ਸੀ। ਵਿੱਚ ਜੋਗ ਪੀ ਕਰ ਦਿਖਰਾਇਓ। ਜਿਨ੍ਹਾਂ ਨੇ ਪਰਿਵਾਰ ਦੇ ਵਿੱਚ ਰਹਿੰਦਿਆਂ ਪਰਮਾਤਮਾ ਦੇ ਨਾਲ ਜੁੜਨ ਦਾ ਜਿਹੜਾ ਢੰਗ ਤਰੀਕਾ ਸਾਰਿਆਂ ਦੇ ਅੱਗੇ ਪ੍ਰਗਟ ਕਰ ਦਿੱਤਾ ਸੀ। ਸ੍ਰੀ ਮੁਖ ਬਾਕ ਕਬੀਰ ਜੈਸੀ ਉਪਜੀ ਪੇਟ ਤੇ। ਭਗਤ ਕਬੀਰ ਜੀ ਆਪਣੀ ਰਸਨਾ ਤੋਂ ਫਰਮਾਨ ਕਰਦੇ ਨੇ ਕਬੀਰ ਜੈਸੀ ਉਪਜੀ ਪੇੜ ਤੇ ਵੀ ਜਗਿਆਸੂ ਦੇ ਹਿਰਦੇ ਅੰਦਰ ਜਿਹੜੀ ਪਹਿਲਾਂ ਤੋਂ ਹੀ ਇੱਕ ਇਹੋ ਜੀ ਬੈ ਰਾਗਮਈ ਅਵਸਥਾ ਪੈਦਾ ਹੋ ਗਈ ਹੈ। ਜੋ ਤੈਸੀ ਨਿਭੈ ਓੜ। ਜੋ ਤੈਸੀ ਨਿਭੈ ਓੜ। ਜਿਉ ਜਿਹਾ ਬੈਰਾਗ ਪਹਿਲਾਂ ਕਿਤੇ ਸਾਧਕ ਦੇ ਮਨ ਦੇ ਵਿੱਚ ਪੈਦਾ ਹੋ ਗਿਆ, ਉਹ ਬੈਰਾਗ ਅਖੀਰ ਤੱਕ ਉਸੇ ਤਰ੍ਹਾਂ ਜਿਨ੍ਹਾਂ ਦਾ ਨਿਭ ਚੁੱਕਿਆ ਜੋ ਤੈਸੀ ਨਿਭੈ ਓੜ। ਇਹ ਨਹੀਂ ਵੀ ਜਿਵੇਂ ਸਾਧਨਾ ਕਰਨ ਲੱਗਿਆ ਹੌਲੀ ਹੌਲੀ ਬੈਰਾਗ ਕਈਆਂ ਦਾ ਘਟਣ ਵੀ ਲੱਗ ਜਾਂਦਾ ਹੈ। ਜੋ ਤੈਸੀ ਨਿਭੈ ਓੜ। ਜਿਹੋ ਜੀ ਅਵਸਥਾ ਮੁੱਢ ਤੋਂ ਮਨ ਦੇ ਵਿੱਚ ਪੈਦਾ ਹੋ ਗਈ ਅਖੀਰ ਤੱਕ ਜਿਨ੍ਹਾਂ ਨੇ ਉਸੇ ਤਰ੍ਹਾਂ ਨਿਭਾ ਦਿੱਤੀ ਹੈ। ਹੀਰਾ ਕਿਸ ਕਾ ਬਾਪਰਾ। ਹੀਰਾ ਕਿਸ ਕਾ ਬਾਪਰਾ। ਆ ਮਨੁੱਖਾ ਦੇਹੀ ਤਾਂ ਕਿਹੜੀ ਗਿਣਤੀ ਦੇ ਵਿੱਚ ਹੈ। ਪੁਜੈ ਨਾ ਰਤਨ ਕਰੋੜ। ਵੀ ਜਿਸ ਦੀ ਬਰਾਬਰੀ
ਆ ਜਿਹੜੀਆਂ ਦੇਵ ਦੇਹੀਆਂ ਬੜੀਆਂ ਅਮੋਲਕ, ਹੀਰਾ ਕਿਸਕਾ ਵਾਪਰਾ, ਪੁੱਜੇ ਨਾ ਰਤਨ ਕਰੋੜ, ਕਰੋੜਾਂ ਰਤਨਾਂ ਦੇ ਸਮਾਨ ਬੜੀਆਂ ਏ ਦੇਵ ਦੇਹੀਆਂ ਅਮੋਲਕ ਮੰਨੀਆਂ ਹਨ। ਉਹ ਵੀ ਉਹਨਾਂ ਜਗਿਆਸੂ ਦੀ ਕੋਈ ਹੈ ਬਰਾਬਰੀ ਨਹੀਂ ਕਰ ਸਕਦੀਆਂ ਹਨ। ਚੌਪਈ ਸੁਣ ਕਰ ਨੰਦ ਸਿੰਘ ਕਰ ਜੋਰੇ। ਸੁਣ ਕਰਕੇ ਭਾਈ ਨੰਦ ਸਿੰਘ ਜੀ ਨੇ ਸਤਿਗੁਰੂ ਜੀ ਦੇ ਅੱਗੇ ਫਿਰ ਆਪਣੇ ਦੋਵੇਂ ਹੱਥ ਜੋੜ ਦਿੱਤੇ ਸੀ। ਕਲਗੀ ਤਰ ਕੇ ਚਰਨ ਨਿਹੋਰੇ। ਬਾਰ ਬਾਰ ਦਸ਼ਮੇਸ਼ ਪਿਤਾ ਦੇ ਚਰਨਾਂ ਤੇ ਹੁਣ ਮੱਥਾ ਟੇਕਣ ਲੱਗ ਪਿਆ ਸੀ। ਦੀਨ ਹੋਏ ਅਨਸਾਰ ਵਖਾਨੋ। ਮਨ ਦੇ ਵਿੱਚ ਬੜੀ ਨਿਮਰਤਾ, ਗਰੀਬੀ ਪੈਦਾ ਹੋ ਗਈ। ਮਹਾਰਾਜ ਦੇ ਬਚਨ ਸੁਣਨ ਦੇ ਨਾਲ ਹੀ ਅਬ ਮੈਂ ਬਚਨ ਆਪ ਕੋ ਮਾਨਿਓ। ਸੱਚੇ ਪਾਤਸ਼ਾਹ ਗਰੀਬ ਨਵਾਜ, ਹੁਣ ਤਾਂ ਜਿਵੇਂ ਆਪ ਦੇ ਬਚਨ ਹੋਣਗੇ ਮੈਂ ਉਸੇ ਤਰ੍ਹਾਂ ਹੀ ਮੰਨ ਲੈਣੇ ਹਨ। ਸਿੱਖ ਆਪ ਕੋ ਅਬ ਮਨ ਭਾਵੈ। ਮੈਂ ਹੁਣ ਤੋਂ ਬਾਅਦ ਆਪਦੇ ਚਰਨਾਂ ਦਾ ਸੇਵਕ ਦਾਸ ਬਣ ਚੁੱਕਿਆ ਹਾਂ। ਮੋਏ ਟਿਗ ਗ੍ਰਸਤਨ ਹੋਣ ਬਣਾਵੇ। ਮਹਾਰਾਜ ਮੈਨੂੰ ਤਾਂ ਹੁਣ ਇਹਨਾਂ ਤਿੰਨਾਂ ਚੋਂ ਜਿਹੜਾ ਹੈ ਗ੍ਰਸਤ ਆਸ਼ਰਮ, ਇਹ ਹੀ ਮਨ ਦੇ ਵਿੱਚ ਬੜਾ ਚੰਗਾ ਲੱਗਣ ਲੱਗ ਪਿਆ ਹੈ। ਮਨ ਬਰਕਤ ਰੇ ਤਉ ਕਨੇਰਾ। ਪਹਿਲਾਂ ਤੇ ਮੇਰੇ ਮਨ ਦੇ ਵਿੱਚ ਬੜੀ ਉਦਾਸੀ, ਬੜੀ ਉਪਰਾਮਤਾ ਪੈਦਾ ਹੋ ਗਈ ਵੀ ਉਹਨੂੰ ਤਾਂ ਮੈਂ ਆਪਣੇ ਮਨ ਦੇ ਵਿੱਚ ਹੀ ਉਸੇ ਤਰ੍ਹਾਂ ਅੰਦਰ ਟਿਕਾ ਕਰਕੇ ਰੱਖਣਾ ਹੈ। ਸਿਥਲ ਅੰਗ ਆਲਸ ਬਹੁ ਤੇਰਾ। ਮਹਾਰਾਜ ਮੇਰੇ ਸਰੀਰ ਦੇ ਜਿਹੜੇ ਅੰਗ ਇਹ ਵੀ ਬੜੇ ਸਿਥਲ ਕਮਜ਼ੋਰ ਹੋ ਗਏ ਹਨ। ਮੈਨੂੰ ਤਾਂ ਹਰ ਵਾਰ ਤੋਂ ਬੜੀ ਆਲਸ ਵੀ ਚੜੀ ਰਹਿੰਦੀ ਹੈ। ਬਨ ਆਵੇਗੀ ਮੁਝ ਤੇ ਜੇਤੀ। ਸੱਚੇ ਪਾਤਸ਼ਾਹ ਵੀ ਜਿਤਨੀ ਕੁ ਸਰੀਰ ਦੁਆਰਾ ਮੇਥੋਂ ਸੰਗਤਾਂ ਦੀ ਸੇਵਾ ਹੋ ਸਕੇਗੀ, ਕਰੋ ਸੇਵ ਸਿੱਖਨ ਕੀ ਤੇਤੀ। ਉਤਨੀ ਕੁ ਆਪਦੇ ਪਿਆਰੇ ਗੁਰ ਸਿੱਖਾਂ ਦਾਸਾਂ ਦੀ ਮੈਂ ਜਥਾ ਜੋਗ ਸੇਵਾ ਹੀ ਕਰ ਲੈਣੀ ਹੈ। ਸੁਨਿਓ ਸੁਭਾਵ ਆਲਸੀ ਜਬੈ। ਜਦੋਂ ਸਤਿਗੁਰੂ ਜੀ ਨੇ ਭਾਈ ਨੰਦ ਸਿੰਘ ਜੀ ਦਾ ਬੜਾ ਜਿਹੜਾ ਆਲਸੀ ਸੁਭਾਅ ਆਪ ਹੀ ਕੰਨਾਂ ਦੇ ਨਾਲ ਸੁਣ ਲਿਆ ਸੀ। ਬੋਲੇ ਦਇਆ ਸਿੰਘ ਹਸ ਤਬੈ। ਦਇਆ ਦੇ ਸਾਗਰ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਉਸ ਸਮੇਂ ਹੱਸ ਕਰਕੇ ਭਾਈ ਨੰਦ ਸਿੰਘ ਜੀ ਨੂੰ ਕਹਿਣ ਲੱਗੇ ਸਨ, ਗੁਰ ਹਜੂਰ ਕੀ ਟੇਲ ਕਰਿਆ ਕਰ। ਭਾਈ ਗੁਰਮੁਖਾ ਤੈ ਹੁਣ ਗੁਰੂ ਕੀ ਹਜ਼ੂਰੀ ਦੇ ਵਿੱਚ ਰਹਿ ਕੇ ਸੰਗਤਾਂ ਦੀ ਸੇਵਾ ਕਰਨੀ ਹੈ। ਜੇ ਤੱਕ ਪਾਰ ਪਰੇ ਹੋਏ ਤਿਵ ਸਿਰ। ਹੁਣ ਜਿਤਨਾ ਕੁ ਭਾਰ ਤੇਰੇ ਸਿਰ ਦੇ ਉੱਪਰ ਕਰਮਾਂ ਦਾ ਪਿਆ ਹੋਇਆ ਹੈ। ਲੈ ਹੈ ਬਾਟ ਗੁਰੂ ਕੈ ਸੋਏ। ਦਸ਼ਮੇਸ਼ ਪਿਤਾ ਖੁਸ਼ ਹੋ ਕਰਕੇ ਕਹਿਣ ਲੱਗੇ ਵੀ ਕੋਈ ਗੱਲ ਨਹੀਂ, ਆ ਤੇਰਾ ਜਿਹੜਾ ਕਰਮਾਂ ਦਾ ਭਾਰ ਹੈ ਇਹ ਸਤਿਗੁਰਾਂ ਨੇ ਆਪਣੇ ਆਪ ਹੀ ਵੰਡਾ ਲੈਣਾ ਹੈ। ਕਾਰਜ ਕਰ ਕੋ ਥੁਰੇ ਨਾ ਕੋਏ। ਹੁਣ ਤੇਰੇ ਘਰ ਦੇ ਵਿੱਚ ਕਦੇ ਵੀ ਕਿਸੇ ਪਦਾਰਥ ਦੀ ਥੋੜੋਂ ਵੀ ਨਹੀਂ ਆਏਗੀ। ਜਨਮ ਪੂਰਬ ਲੋ ਹਮਰੋ ਜਬੈ। ਸਤਿਗੁਰੂ ਜੀ ਕਹਿਣ ਲੱਗੇ ਵੀ ਜਦੋਂ ਪੂਰਬਲੇ ਜਨਮ ਦੇ ਵਿੱਚ ਅਸੀਂ ਬੜੀ ਹੋਰ ਤਪੱਸਿਆ ਕਰਿਆ ਕਰਦੇ ਸੀ। ਅਸ ਕੀ ਸੇਵ ਕਰਤ ਤੂੰ ਤਬੈ। ਉਸ ਵਕਤ ਤੋਂ ਸਾਡੇ ਆ ਘੋੜਿਆਂ ਦੀ ਸੇਵਾ ਦੇ ਵਿੱਚ ਲੱਗਿਆ ਹੋਇਆ ਸੀ। ਮੰਡੂ ਨਾਮ ਤੋਏ ਤਿਸ ਕਾਲਾ। ਸਤਿਗੁਰੂ ਜੀ ਕਹਿਣ ਲੱਗੇ ਵੀ ਤੇਰਾ ਨਾਮ ਉਸ ਸਮੇਂ ਮਾਂ ਪਿਓ ਨੇ ਮੰਡੂ ਰੱਖਿਆ ਹੋਇਆ ਸੀ। ਹਮ ਬੋਲੇ ਨਿਸਮੈ ਤੋਏ ਨਾਲਾ। ਇੱਕ ਦਿਨ ਜਦੋਂ ਰਾਤ ਦੇ ਟਾਈਮ ਤੇ ਸਤਿਗੁਰੂ ਜੀ ਨੇ ਇਸ ਨੂੰ ਆਪਣੇ ਵੱਲੋਂ ਇਹ ਆਗਿਆ ਕੀਤੀ ਸੀ, ਰਾਖ ਤੁਰੰਗਮ ਕੀ ਸੁਧ ਆਛੇ। ਦਿਆ ਜੋ ਵੀ ਤਵੇਲੇ ਦੇ ਵਿੱਚ ਮਹਾਰਾਜ ਨੇ ਬਹੁਤ ਸਾਰੇ ਸੋਹਣੇ ਸੋਹਣੇ ਮਹਿੰਗੇ ਮਹਿੰਗੇ ਘੋੜੇ ਬੰਨੇ ਹੋਏ ਸੀ। ਉਹਨਾਂ ਦੀ ਜਿਹੜੀ ਹੈ ਸੇਵਾ ਕਰਨ ਵਾਸਤੇ ਤੈਨੂੰ ਲਗਾ ਦਿੱਤਾ ਵੀ ਟਾਈਮ ਟਾਈਮ 'ਤੇ ਘੋੜਿਆਂ ਨੂੰ ਦਾਣਾ ਵੀ ਔਰ ਘਾਹ ਵੀ ਮਾਲਿਸ਼ ਵੀ ਕਰਨੀ ਪੈਂਦੀ ਹੈ ਘੋੜਿਆਂ ਦੀ। ਇਸੇ ਤਰ੍ਹਾਂ
ਸਵੇਰੇ ਸ਼ਾਮ ਦੁਪਹਿਰ ਦੇ ਟਾਈਮ ਤੇ ਜੋ ਵੀ ਹੈ ਪਾਣੀ ਪਿਲਾਉਣਾ। ਉਹ ਸਮੇਂ ਤੇਰੀ ਜਿਹੜੀ ਸੇਵਾ ਸੀ, ਜਿਹੜੇ ਕੋੜੇ ਤਵੇਲੇ ਦੇ ਵਿੱਚ ਬੰਨੇ ਹੋਏ ਸੀ ਉਹਨਾਂ ਦੇ ਉੱਪਰ ਲਗਾਈ ਹੋਈ ਹੈ। ਦੀਜੇ ਸਕਲ ਜਥਾ ਚਿਤ ਬਾਛੇ। ਮਹਾਰਾਜ ਨੇ ਹੁਕਮ ਕੀਤਾ ਵੀ ਇਹਨਾਂ ਨੂੰ ਤਾਂ ਕਦੇ ਭੁੱਖਿਆ ਨਹੀਂ ਰਹਿਣ ਦੇਣਾ। ਆਪਣੇ ਵੱਲੋਂ ਦਾਣਾ ਵੀ ਘਾਹ ਵੀ ਇਸੇ ਤਰ੍ਹਾਂ ਕੋੜਿਆਂ ਦੀ ਤੈ ਮਾਲਸ਼ ਵੀ ਆਪਣੇ ਵੱਲੋਂ ਕਰਵਾਉਣੀ ਹੈ। ਸੁਨਤ ਬਾਕ ਤੂੰ ਝੂਠ ਉਚਾਰਾ। ਜਦੋਂ ਅਸੀਂ ਤੈਨੂੰ ਆਗਿਆ ਕੀਤੀ ਤੈਂ ਕੋਈ ਅਜੇ ਤੱਕ ਨਾ ਤਾਂ ਕੋੜਿਆਂ ਨੂੰ ਦਾਣਾ ਪਾਇਆ, ਨਾ ਕੋਈ ਘਾਹ ਖੁਰਲੀ ਦੇ ਵਿੱਚ ਨਹੀਂ ਸੁੱਟਿਆ ਸੀ, ਨਾ ਕਿਸੇ ਦੀ ਮਾਲਿਸ਼ ਵਗੈਰਾ ਵੀ ਨਹੀਂ ਕੀਤੀ ਹੈ। ਦਾਨਾ ਘਾਸ ਬਹੁਤ ਮੈਂ ਡਾਰਾ। ਉਸ ਸਮੇਂ ਮਹਾਰਾਜ ਨੇ ਜਿਹੜੀ ਹੈ ਪੂਰਵ ਜਨਮ ਦੀ ਗਾਥਾ ਆਪਣੇ ਵੱਲੋਂ ਦੱਸੀ। ਉਸ ਵਕਤ ਜਦੋਂ ਸਤਿਗੁਰੂ ਜੀ ਨੇ ਪੁੱਛਿਆ, ਭਾਈ ਘੋੜਿਆਂ ਨੂੰ ਤੈਂ ਦਾਣਾ ਕਾ ਪਾ ਵੀ ਦਿੱਤਾ ਜਾਂ ਨਹੀਂ ਪਾਇਆ? ਸੁਣਨ ਅਨੁਸਾਰ ਇਹਨੇ ਆਪਣੇ ਵੱਲੋਂ ਹਾਂ ਕਰ ਦਿੱਤੀ ਸੀ। ਨਾ ਤਾਂ ਵਿਚਾਰਿਆਂ ਨੂੰ ਪਾਣੀ ਪਿਲਾਇਆ, ਨਾ ਕੋਈ ਦਾਣਾ ਕਾ ਵੀ ਖੁਰਲੀਆਂ ਦੇ ਵਿੱਚ ਨਹੀਂ ਸੁੱਟਿਆ ਹੋਇਆ ਸੀ ਐਵੇਂ। ਉਸ ਸਮੇਂ ਨੇ ਰਸਨਾ ਤੋਂ ਝੂਠ ਬੋਲ ਦਿੱਤਾ ਸੀ। ਆਗੇ ਤਰਿਓ ਸੁਧਾਰ ਕਨੇਰਾ। ਐਵੇਂ ਹੀ ਆਪਣੇ ਵੱਲੋਂ ਗੱਲ ਬਣਾ ਕਰਕੇ ਕਹਿਤੀ, ਮਹਾਰਾਜ ਬੜਾ ਦਾਣਾ ਵੀ ਘਾਹ ਵੀ ਕੋੜਿਆਂ ਦੇ ਤਵੇਲਿਆਂ ਦੇ ਵਿੱਚ ਪਾਇਆ ਹੋਇਆ। ਹੁਣ ਜਿਸ ਪ੍ਰਕਾਰ ਸਤਿਗੁਰੂ ਜੀ ਨੇ ਹੋਰ ਵੀ ਬੜੇ ਪ੍ਰਵਚਨ ਭਾਈ ਆਨੰਦ ਸਿੰਘ ਜੀ ਦੇ ਨਾਲ ਕਰਨੇ ਨੇ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ ਤੇ ਵਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਵਡਭਾਗੇ ਗੁਰ ਸਿੱਖਾ ਤਾਈ ਨੇ ਹਾਲ ਕਰ ਰਹੇ ਨੇ। ਆਗੇ ਤਰਿਓ ਸੁਧਾਰ ਕਨੇਰਾ। ਲਖ ਊਰੋ ਤੁਝ ਕੋ ਤਿਸ ਬੇਰਾ। ਆਗੇ ਤਰਿਓ ਸੁਧਾਰ ਕਨੇਰਾ। ਲਖ ਊਰੋ ਤੁਝ ਕੋ ਤਿਸ ਬੇਰਾ। ਏ ਚੋਤੇ ਪਾਰ ਬ੍ਰਹਮ ਅਵਨਾਸੀ ਅਗਨਾਸ